देश दुनिया च वसदे पंजाबियों को खुश आमदीद। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट मनप्रीत रंधावा। वेलकम मनप्रीत जी। बहुत बहुत शुक्रिया तुहाडा रंधावा जी। मनप्रीत जी, कल जो कुछ वापरिया कांग्रेस की स्टेज तो ਉਹਦੇ ਬਾਰੇ एक सीनियर जर्नलिस्ट होने की हैसियत च ਤੁਹਾਡੀ टिप्पणी तो जरूरी बनती आ इस मंच तो, लेकिन ਜਿਹੜੇ बहुत अहम मसले ਅਸੀਂ ਲਵਾਂਗੇ ਅੱਜ ਉਹਨਾਂ ਦੇ ਵਿੱਚ ਕਾਂਗਰਸ ਦੇ ਇੱਕ ਵੱਡੇ ਕੱਦ ਵਾਲੇ ਆਗੂ ਦਾ ਅਸਤੀਫਾ ਦੇ ਜਾਣਾ, ਕਾਂਗਰਸ ਪਾਰਟੀ ਨੂੰ ਕੱਲ ਦੇ ਦਿਨ ਹੀ ਛੱਡ ਜਾਣਾ, ਇਹਨੂੰ ਕਿਵੇਂ ਲਵਾਂਗੇ ਇਹ ਸਵਾਲ ਆ। ਦੂਜਾ, ਸਿਮਰਜੀਤ ਸਿੰਘ ਬੈਂਸ ਜਿਹਨੂੰ ਅਸੀਂ ਪੰਜਾਬ ਦੀ ਸਿਆਸਤ ਦਾ ਰੋਬਨ ਹੁੱਡ ਕਹਿੰਦੇ ਹੁੰਦੇ ਆ, ਉਹਦਾ ਹੋਰ ਫਸ ਜਾਣਾ, ਉਹਦੇ ਸੰਕਟ ਦਾ ਗਹਿਰੇ ਹੋਣਾ, ਹਾਈ ਕੋਰਟ ਦੇ ਵਿੱਚੋਂ ਉਹਦੀ ਮੰਗ ਦਾ ਖਾਰਜ ਕਰ ਦਿੱਤੇ ਜਾਣਾ ਉਹਦੀਆਂ ਮੁਸ਼ਕਲਾਂ 'ਚ ਵਾਧਾ ਕਰਦਾ ਹੈ। ਪੰਜਾਬ ਦੀ ਬੈਂਸ ਟਾਈਪ ਰਾਜਨੀਤੀ ਲਈ ਵੀ ਇੱਕ ਝਟਕਾ ਹੈ। ਇਸ ਤੋਂ ਅਗਲਾ ਸਵਾਲ ਕਿ ਧਿਆਨ ਸਿੰਘ ਮੰਡ ਮਤਵਾਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਐਕਟਿੰਗ ਮਤਵਾਜੀ ਜਥੇਦਾਰ, ਉਹ 2 ਮੰਤਰੀਆਂ ਤੇ 3 MLAs ਨੂੰ ਸੱਦਦੇ ਆ। ਕੱਲ ਕਾਂਗਰਸ ਦੇ ਮੰਚ ਤੋਂ ਬੇਅਦਬੀ ਮਾਮਲਿਆਂ ਦੀ ਔਰ ਬੇਅਦਬੀ ਮਾਮਲਿਆਂ ਤੋਂ ਬਾਅਦ ਦੀਆਂ ਘਟਨਾਵਾਂ ਦੀ ਬੜੀ ਗੂੰਜ ਪੈਂਦੀ ਰਹੀ। ਇਹ ਸੱਤਾ ਦੇ ਰਾਹ ਜਾਖੜ ਨੇ ਵਾਇਆ ਕੋਟਪੂਰਾ ਹੋ ਕੇ ਜਾਂਦੇ ਦੱਸੇ ਕੇਂਦਰੀ ਹਾਈ ਕਮਾਂਡ ਨੂੰ, ਤੇ ਸਿੱਧੂ ਨੇ ਵੀ ਕਿਹਾ ਜੇ ਗੁਰੂ ਨਾਲ ਇਨਸਾਫ ਨਹੀਂ ਤਾਂ ਫਿਰ ਪ੍ਰਧਾਨਗੀ ਵੀ ਕੁਝ ਨਹੀਂ। ਇੱਕ ਪੋਜ਼ਿਟਿਵ ਖਬਰ ਜਿਹੜੀ ਦਿਲ ਨੂੰ ਸਕੂਨ ਦਿੰਦੀ ਹੈ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੇ ਨਾਂ ਤੇ ਇੱਕ ਅੰਕੜਾ ਪ੍ਰਕਾਸ਼ਿਤ ਹੋਇਆ ਸਰਕਾਰ ਵੱਲੋਂ ਕਿ ਉਹ ਕਾਫੀ ਹੈ, ਰੁਜ਼ਗਾਰ ਵਧਣਗੇ। ਤੇ ਇੱਕ ਪੰਜਾਬ ਨੂੰ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਥੋੜਾ ਜਿਹਾ ਨਰਮ ਹੋਇਆ, ਉਹ ਵੀ ਕੱਲ ਦੇ ਦਿਨ 'ਚ ਹੀ ਨਰਮ ਹੋਇਆ, ਤੇ ਕਿਸਾਨਾਂ ਨੇ ਸੰਸਦ ਲਾ ਕੇ ਰੱਖੀ। ਇਹ ਸਾਰੇ ਮਸਲੇ, ਲੇਕਿਨ ਸਭ ਤੋਂ ਪਹਿਲਾਂ ਮਨਪ੍ਰੀਤ ਰੰਧਾਵਾ ਦੀ ਨਜ਼ਰ ਤੋਂ ਕੱਲ ਦੇ ਤਾਜਪੋਸ਼ੀ ਸਮਾਗਮ ਦੇ ਲੁਕਵੇਂ ਪਹਿਲੂ ਜਿਹੜੇ ਬਾਕੀ ਲੋਕਾਂ ਨੇ ਨਹੀਂ ਦੱਸੇ ਹੋਣ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹ ਜ਼ਰੂਰੀ ਹੈ ਉਹਨਾਂ ਤੇ ਨਜ਼ਰ ਮਾਰਨੀ ਔਰ ਲੋਕਾਂ ਨਾਲ ਸਾਂਝ ਪਾਉਣੀ। ਵੈਲਕਮ ਰੰਧਾਵਾ ਜੀ। ਦੇਖੋ, ਮੈਨੂੰ ਲੱਗਦਾ ਲਗਭਗ ਸਾਰੇ ਪਹਿਲੂ ਆਲਰੇਡੀ ਬੜੇ ਵਿਸਤਾਰ ਦੇ ਨਾਲ ਡਿਸਕਸ ਹੋ ਚੁੱਕੇ ਆ, ਲੇਕਿਨ ਮੈਂ ਗੱਲ ਕਰੂੰਗਾ ਸੁਨੀਲ ਜਾਖੜ ਹੋਣਾ ਦੀ। ਜਾਖੜ ਸਾਹਿਬ ਦਾ ਭਾਸ਼ਣ ਆਪਣੇ ਆਪ ਦੇ ਵਿੱਚ ਜ਼ਰੂਰ ਉਹਨਾਂ ਨੇ ਇਹ ਗੱਲ ਕਹੀ ਆ, ਜਿਵੇਂ ਆਮ ਤੌਰ ਤੇ ਮੈਂ ਦੇਖਿਆ ਸੀ ਹੈਡਲਾਈਨਾਂ ਕਿ ਜੇ ਅਕਾਲੀ ਦਲ ਨੂੰ ਰੈੱਡ ਕਾਰਪੇਟ ਨੇ ਮਾਰਤਾ ਤੇ ਜਿਹੜੀ ਕਾਂਗਰਸ ਨੂੰ ਉਹ ਰੈੱਡ ਟੇਪਿਜ਼ਮ ਨੇ ਮਾਰਤਾ, ਯਾਨੀ ਕਿ ਨੌਕਰਸ਼ਾਹੀ ਤੇ ਅਫਸਰਸ਼ਾਹੀ ਤੇ ਉਹ ਬਹੁਤ ਵਰੇ। ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਦਰਦ ਇੱਕ ਹੋਰ ਸੀ। ਉਹ ਕਹਿੰਦੇ ਤੁਸੀਂ ਹਰ ਕਿਸੇ ਨੂੰ ਮਨਾਈ ਜਾਂਦੇ ਸੀ, ਕਦੇ ਉਹਦੀ ਬਾਹ ਫੜ ਕੇ, ਕਦੇ ਉਹਦੀ ਬਾਹ ਫੜ ਲੈਂਦੇ ਸੀ, ਕਦੇ ਉਹਨੂੰ ਮਨਾਉਣ ਚਲੇ ਜਾਂਦੇ ਸੀ, ਕਦੇ ਕਿਸੇ ਦਾ ਬੂਹਾ ਖੜਕਾਉਂਦੇ ਸੀ ਜਾ ਕੇ, ਤੇ ਜਿਹੜੇ ਪ੍ਰਧਾਨ ਨੇ ਤੁਹਾਨੂੰ ਕੁੰਜੀਆਂ ਫੜਾਉਣੀਆਂ ਸੀ, ਚਾਬੀਆਂ ਫੜਾਉਣੀਆਂ ਸੀ, ਉਹਨੂੰ ਤੁਸੀਂ ਕਦੇ ਪੁੱਛਿਆ ਹੀ ਨਹੀਂ। ਸੋ ਕਿਤੇ ਨਾ ਕਿਤੇ ਉਹ ਦਰਦ ਆਪਣਾ ਲੁਕੋਈ ਬੈਠੇ ਸੀ ਰੰਧਾਵਾ ਸਾਹਿਬ, ਜੋ ਉਹਨਾਂ ਨੇ ਇਹ ਗੱਲ ਕਹੀ ਆ ਔਰ ਬੜੇ ਖੁੱਲ ਕੇ ਗੱਲ ਕਹੀ ਆ। ਉਹਨਾਂ ਨੇ ਬੜਾ ਖੁੱਲ ਕੇ ਭਾਸ਼ਣ ਦਿੱਤਾ ਆਪਣਾ, ਔਰ ਕੋਈ ਲਾਗ ਲਪੇਟ ਉਹਨਾਂ ਨੇ ਨਹੀਂ ਰੱਖੀ। ਹਾਲਾਂਕਿ ਉੱਥੇ 5 ਸਾਬਕਾ ਪ੍ਰਧਾਨ ਵੀ ਬੈਠੇ ਹੋਏ ਸੀ, ਚਾਹੇ ਰਜਿੰਦਰ ਕੌਰ ਭੱਠਲ ਹੋਣ, HS ਹੰਸਪਾਲ ਹੋਣ, ਇਹ ਸਾਰੇ ਉੱਥੇ, ਲਾਲ ਸਿੰਘ, ਮਹਿੰਦਰ ਸਿੰਘ KP, ਇਹ ਸਾਰੇ ਉੱਥੇ ਮੌਜੂਦ ਸੀ। ਪ੍ਰਤਾਪ ਸਿੰਘ ਬਾਜਵਾ ਵੀ ਵਿੱਚ ਹੀ ਸੀ। ਕਹਿਣ ਦਾ ਮਤਲਬ ਹੈ ਕਿ ਇਹਨਾਂ ਸਾਰਿਆਂ ਨੂੰ ਕਿਤੇ ਨਾ ਕਿਤੇ, ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਲੇਕਿਨ ਖੁੱਲ ਕੇ ਬੋਲਣ ਦਾ ਮੌਕਾ ਇਸ ਵੇਲੇ ਜਦੋਂ ਪੂਰੀ ਮੀਡੀਆ ਉੱਥੇ ਸੀ। ਆਮ ਤੌਰ ਤੇ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਪ੍ਰਧਾਨਗੀਆਂ ਆਉਂਦੀਆਂ ਜਾਂਦੀਆਂ ਨੇ, ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ। ਕਦੋਂ ਪ੍ਰਧਾਨ ਥਾਪ ਦਿੱਤਾ ਜਾਂਦਾ ਤੇ ਕਦੋਂ ਲਾਹ ਦਿੱਤਾ ਜਾਂਦਾ ਇਹ ਜਨਤਾ ਨੂੰ ਪਤਾ ਵੀ ਨਹੀਂ ਲੱਗਦਾ, ਕਿਉਂਕਿ ਪਾਰਟੀਆਂ ਦੇ ਆਪਣੇ ਮਸਲੇ ਹੁੰਦੇ ਆ। ਪ੍ਰਧਾਨਾਂ ਦਾ ਆਮ ਤੌਰ ਤੇ ਲੋਕਾਂ ਨਾਲ ਇੰਨਾ ਵਾਹ ਨਹੀਂ ਹੁੰਦਾ ਜਿੰਨਾ ਆਪਣੀ ਪਾਰਟੀ ਦੇ ਨਾਲ, ਆਪਣੇ ਸੰਗਠਨ ਦੇ ਨਾਲ, ਆਪਣੀ ਆਰਗੇਨਾਈਜੇਸ਼ਨ ਨੂੰ ਮਜ਼ਬੂਤ ਕਰਨ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਹੁੰਦਾ। ਲੇਕਿਨ ਇਸ ਚੀਜ਼ ਨੂੰ ਬੜਾ ਖੈਰ ਮੀਡੀਆ ਨੇ ਹਾਈਪ ਕਰਤਾ। ਦੂਸਰੀ ਜਿਹੜੀ ਗੱਲ ਮੇਰੀ ਸਮਝ ਚ ਆਉਂਦੀ ਆ, ਉਹ ਮੈਂ ਇਹ ਦੇਖ ਰਿਹਾ ਸੀ, ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕੁਝ ਮੰਤਰੀ ਜਿਹੜੇ ਖਾਸ ਤੌਰ ਤੇ ਜਿਵੇਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਏ ਜਾਂ ਸੁਖਜਿੰਦਰ ਸਿੰਘ ਰੰਧਾਵਾ ਹੋਏ, ਸੁਖਵਿੰਦਰ ਸਿੰਘ ਸਰਕਾਰੀਆ ਹੋਏ, ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਬਾਰ-ਬਾਰ ਉੱਪਰ ਆਉਣ ਲਈ ਕਹਿ ਰਹੇ ਸੀ ਔਰ ਉਹਨਾਂ ਦੇ ਨਾਲ ਬਿਲਕੁਲ ਖੜੇ ਰਹੇ ਨੇ, ਬੜੇ ਮਜ਼ਬੂਤ ਤੇ ਹੁਣ ਵੀ ਖੜੇ ਆ। ਤੇ ਲੇਕਿਨ ਉਹ ਸਟੇਜ ਤੇ ਉਹਨਾਂ ਦਾ ਨਾਂ ਆਉਣਾ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਉਹਨੂੰ ਲੱਗਦਾ ਹੋਵੇ ਕਿ ਅੱਜ ਨਵਜੋਤ ਸਿੰਘ ਸਿੱਧੂ ਹੁਣਾਂ ਦਾ ਆਪਣਾ ਸ਼ੋਅ ਆ, ਅੱਜ ਉਹਨਾਂ ਦਾ ਪ੍ਰੋਗਰਾਮ ਆ ਤੇ ਅੱਜ ਉਹਨਾਂ ਦਾ ਦਿਨ ਆ। ਜਿਵੇਂ ਆਮ ਤੌਰ ਤੇ ਲਾੜੇ ਦਾ ਹੁੰਦਾ ਦਿਨ ਹੁੰਦਾ ਤੇ ਸਾਰੇ ਬਾਕੀ ਚਾਹੇ ਜੋ ਮਰਜ਼ੀ ਕੱਪੜੇ ਵਧੀਆ ਪਾ ਲੈਣ, ਜਿੰਨਾ ਮਰਜ਼ੀ ਆਪਣੀ ਟੌਰ ਕੱਢ ਲੈਣ, ਕਿਉਂਕਿ ਦਿਨ ਉਹ ਲਾੜਾ ਚਾਹੇ ਜਿੰਨਾ ਵੀ ਮਰਜ਼ੀ ਮਾੜਾ ਵੀ ਲੱਗ ਰਿਹਾ ਹੋਵੇ ਤਾਂ ਵੀ ਸਾਰਿਆਂ ਨੂੰ ਵਧੀਆ ਲੱਗਦਾ। ਸੋ ਇਹੀ ਗੱਲ ਉਹਨਾਂ ਨੇ ਸ਼ਾਇਦ ਸੋਚੀ ਹੋਵੇ ਕਿ ਚਲੋ ਉਹਨਾਂ ਨੂੰ ਜੋ ਕਰਨਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀਆਂ ਫੋਟੋਆਂ ਹੋਣ,
ਚਾਹੇ ਹਰੀਸ਼ ਰਾਵਤ ਵੀ ਉੱਥੇ ਸੀ, ਵੀ ਉਹ ਸਾਰਿਆਂ ਨਾਲ ਰਲ ਕੇ ਆਪਸ ਚ ਬੈਠਣ। ਲੇਕਿਨ ਆਉਣ ਵਾਲੇ ਦਿਨਾਂ ਚ ਇਹਦੇ ਖੁਲਾਸੇ ਵੱਧ ਹੋਣ ਦੀ ਆਸ ਹੈ। ਲੇਕਿਨ ਹਜੇ ਲੱਗ ਤਾਂ ਜ਼ਰੂਰ ਰਿਹਾ ਸੀ, ਬਾਕੀ ਤਾਂ ਸਾਰੇ ਖੁਲਾਸੇ ਕਰ ਹੀ ਦਿੱਤੇ, ਲੇਕਿਨ ਬਾਡੀ ਲੈਂਗੁਏਜ ਹੋਏ, ਫੋਟੋਆਂ ਦੇ ਵਿੱਚ ਹੋਏ, ਇਹ ਸਾਰਾ ਕੁਝ ਨਜ਼ਰ ਆਉਂਦਾ ਸੀ ਕਿ ਦਰਾਰਾਂ ਗਈਆਂ ਨਹੀਂ, ਟਕਰਾ ਗਏ ਨਹੀਂ, ਆਉਣ ਵਾਲੇ ਦਿਨਾਂ ਚ ਵੱਧ ਵੀ ਸਕਦੇ ਨੇ ਜੀ। ਮਨਪ੍ਰੀਤ ਜੀ, ਤੁਸੀਂ ਜਾਖੜ ਦੀ ਜਦੋਂ ਗੱਲ ਕਰਦੇ ਸੀ ਤੇ ਉਹ ਫੋਕਸ ਕਰ ਰਹੇ ਸੀ, ਉਹ ਜ਼ੋਰ ਦੇ ਰਹੇ ਸੀ ਰੰਧਾਵਾ ਸ਼ਬਦ ਤੇ, ਕਿ ਰੰਧਾਵਾ ਸਾਹਿਬ ਤੁਸੀਂ ਦੌੜ ਲਾਉਂਦੇ ਰਹੇ, ਇੱਧਰ ਉੱਧਰ ਭੱਜ ਨੱਠ ਕਰਦੇ ਰਹੇ, ਮੈਂ ਤੁਹਾਨੂੰ ਦੱਸਿਆ ਹੀ ਨਹੀਂ। ਤੁਹਾਨੂੰ ਯਾਦ ਕਰਾਵਾਂ ਮੈਂ ਕਿ ਰੰਧਾਵਾ ਤੇ ਜਾਖੜ ਦੀ ਯਾਰੀ ਉਦੋਂ ਦੀ ਆ ਜਦੋਂ ਪਾਰਲੀਮਾਨੀ ਇਲੈਕਸ਼ਨ 'ਚ ਉਹ ਇੱਥੋਂ ਗੁਰਦਾਸਪੁਰੋਂ ਜਾਖੜ ਨੂੰ ਜਿਤਾਉਂਦੇ ਆ, ਔਰ ਉਸ ਤੋਂ ਬਾਅਦ ਰੰਧਾਵਾ ਨੂੰ ਕੈਬਨਿਟ ਵਿੱਚ ਲਿਆਉਣ ਲਈ ਜਾਖੜ ਪੂਰਾ ਤਾਣ ਲਾ ਦਿੰਦੇ ਦਿੱਲੀ ਤੱਕ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਂਦੇ। ਇਹ ਗੱਲ ਹੁੰਦੀ ਰਹੀ ਹੈ। ਲੇਕਿਨ ਹੁਣ ਕਿਉਂਕਿ ਰੰਧਾਵਾ ਸਾਰੀ ਦੀ ਸਾਰੀ ਗੇਮ ਦੇ ਵਿੱਚ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਡਰਾਈਵਿੰਗ ਸੀਟ ਤੇ ਸੀ, ਹਰ ਫੈਸਲਾ ਤੇ ਹਰ ਚੀਜ਼ ਉਹ ਕਰ ਰਹੇ ਸੀ, ਹਰ ਪ੍ਰਬੰਧ ਉਹ ਕਰ ਰਹੇ ਸੀ, ਉਹਨਾਂ ਨੂੰ ਇਹ ਟੌਂਟ ਕਰਨਾ, ਉਹਨਾਂ ਨਾਲ ਨਿਹੋਰਾ ਮਾਰਨਾ, ਮੈਨੂੰ ਲੱਗਦਾ ਕਿ ਕਿਤੇ ਕੋਈ ਗੱਲ ਕਮੀ ਰੱਖੀ ਗਈ ਸੀ ਆਪਸ ਵਿੱਚ, ਕਿ ਭਰੇ ਮਨ ਨਾਲ ਜਾਖੜ ਨਾਲ ਤਾਂ ਤੁਰਦੇ ਰਹੇ ਕਿ ਕਿਤੇ ਮੈਂ ਪਿਕਚਰ ਚੋਂ ਬਾਹਰ ਨਾ ਹੋ ਜਾ, ਲੇਕਿਨ ਅੰਦਰ ਦਰਦ ਜ਼ਰੂਰ ਸੀ ਕਿ ਪ੍ਰਧਾਨਗੀ ਤਾਂ ਮੇਰੀ ਖੋਂਦੇ ਰਹੇ ਹੋ ਮੇਰੇ ਮਿੱਤਰੋ। ਜੇ ਤੁਸੀਂ ਸਿੱਧੂ ਨੂੰ ਪ੍ਰਧਾਨ ਬਣਾਉਣਾ ਸੀ ਤੇ ਖੋਣੀ ਵੀ ਤੇ ਆਪਣੇ ਹੀ ਘਰੋਂ ਲੈ ਕੇ ਚੱਲੇ ਸੀ, ਮੈਂ ਕਿਹੜਾ ਤੁਹਾਡੇ ਨਾਲ ਘੱਟ ਇਮਾਨਦਾਰ ਸੀ। ਤੇ ਘੱਟੋ ਘੱਟ ਮੈਨੂੰ ਇਸ ਮੌਕੇ ਤੇ ਯਾਦ ਤਾਂ ਕਰ ਲੈਂਦੇ, ਮੈਨੂੰ ਤਾਂ ਮਨਾਇਆ ਹੀ ਨਹੀਂ, ਸਗੋਂ ਮੈਨੂੰ ਗੱਡੀ 'ਚ ਬਿਠਾ ਕੇ ਦੂਜਿਆਂ ਨੂੰ ਮਨਾਉਣ ਲੈ ਕੇ ਜਾਂਦੇ ਰਹੇ, ਕਦੇ ਮੇਰਾ ਦਰਦ ਤਾਂ ਪੁੱਛਿਆ ਹੀ ਨਹੀਂ ਕਿ ਨਾਲ ਬੈਠਾ ਅੰਦਰੋਂ ਕਿੰਨਾ ਕੁ ਪਰੇਸ਼ਾਨੀ 'ਚ। ਦੂਜਾ ਪਹਿਲੂ, ਇੱਕ ਹੋਰ ਵੱਡੇ ਕਾਂਗਰਸੀ ਨੇ ਮੈਨੂੰ ਜਿਹੜਾ ਕੰਨ 'ਚ ਗੱਲ ਦੱਸੀ ਲੁਕਵੀਂ ਜੀ, ਆਖੇ ਹੁਣ ਨਵਾਂ ਪੈਂਤੜਾ ਇਹ ਹੈ ਕਿ ਜਿਹੜੇ ਇਹ 3 ਮਿਨਿਸਟਰ ਨੇ, ਇਹਨਾਂ ਦੀ ਹਾਈ ਕਮਾਂਡ ਕੋਲ ਪੈਰਵਾਈ ਕੀਤੀ ਜਾਊਗੀ, ਐਡਵੋਕੇਸੀ ਕੀਤੀ ਜਾਊਗੀ ਕੈਪਟਨ ਅਮਰਿੰਦਰ ਸਿੰਘ ਧੜੇ ਵੱਲੋਂ, ਕਿ ਕਿਉਂਕਿ ਇਹ ਬਹੁਤ ਹੀ ਵਧੀਆ ਸੰਗਠਨ ਚਲਾ ਸਕਦੇ ਆ ਔਰ ਸਿੱਧੂ ਦਾ ਸਾਥ ਵੀ ਬਹੁਤ ਵਧੀਆ ਦਿੰਦੇ ਆ। ਪਾਰਟੀ ਨੂੰ 2022 ਚ ਸੱਤਾ ਚ ਲਿਆਉਣ ਲਈ ਇਹਨਾਂ ਤਿੰਨਾਂ ਨੂੰ ਸੰਗਠਨ ਚ ਭੇਜ ਕੇ ਸਿੱਧੂ ਦੇ ਤਗੜੇ ਸਾਥੀ ਬਣਾ ਕੇ ਪਾਰਟੀ ਨੂੰ ਰੂਟ ਲੈਵਲ ਤੱਕ ਤਗੜਾ ਕੀਤਾ ਜਾ ਸਕਦਾ। ਇਹ ਇਸ ਤਰ੍ਹਾਂ ਦੀ ਕੈਂਪੇਨ ਚੱਲਣ ਦੀ ਸੰਭਾਵਨਾ ਕਿਸੇ ਨੇ ਮੇਰੇ ਕੰਨ 'ਚ ਦੱਸੀ। ਲੇਕਿਨ ਇੱਕ ਸਵਾਲ ਇਹਦੇ ਨਾਲ ਹੋਰ ਆ, ਕੱਲ ਕੈਪਟਨ ਅਮਰਿੰਦਰ ਸਿੰਘ ਸਿੱਧੂ ਦਾ ਜ਼ਿਕਰ ਕਰਕੇ ਕੈਪਟਨ ਅਮਰਿੰਦਰ ਸਿੰਘ ਉੱਥੇ ਆਪਣਾ ਜਿਹੜਾ ਵੱਡਾਪਣ ਦਿਖਾ ਕੇ ਹਾਈ ਕਮਾਂਡ ਨੂੰ ਇੱਕ ਸੰਕੇਤ ਦੇਣ 'ਚ ਸਫਲ ਹੋ ਗਏ ਕਿ ਮੈਂ ਬਾਗੀ ਨਹੀਂਗਾ, ਮੈਂ ਤੁਹਾਡਾ ਵਿਰੋਧੀ ਨਹੀਂਗਾ ਤੇ ਮੈਂ ਤੁਹਾਡੇ ਖਿਲਾਫ ਨਹੀਂਗਾ, ਡਿਸਪਲਿਨ 'ਚ ਹੈ, ਉਹ ਮੇਰਾ ਅੰਦਰ ਰਹਿ ਕੇ ਵਿਰੋਧ ਸੀਗਾ, ਹੁਣ ਮੈਂ ਨਾਲ ਆ। ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਤੋਂ ਉਰੇ ਇਹ ਕਹਿ ਕੇ ਕਿ ਮੈਨੂੰ ਪ੍ਰਧਾਨਗੀਆਂ ਨਹੀਂ ਚਾਹੀਦੀਆਂ, ਤੁਹਾਨੂੰ ਲੱਗਦਾ ਇਹ ਦੋਨੇ ਵਰਤਾਰਿਆਂ ਨੂੰ ਤੁਸੀਂ ਜੇ ਬਿਆਨ ਕਰਨਾ ਚਾਹੋ ਥੋੜੇ ਸ਼ਬਦਾਂ 'ਚ? ਦੇਖੋ, ਮੈਂ ਤੁਹਾਨੂੰ ਦੱਸਾਂ, ਜਿਸ ਤੋਂ ਤੱਕ ਸੁਨੀਲ ਜਾਖੜ ਹੋਣਾ ਦਾ ਸਵਾਲ ਹੈ, ਇਹ ਗੱਲ 'ਚ ਕੋਈ ਸ਼ੱਕ ਨਹੀਂ ਹੈ, ਸੁਖਜਿੰਦਰ ਸਿੰਘ ਰੰਧਾਵਾ ਉਹ ਚਿਹਰਾ ਸੀ ਜਦੋਂ ਇਹ ਬਗਾਵਤ ਦੀਆਂ ਸੁਰਾਂ ਉੱਭਰ ਰਹੀਆਂ ਸੀ, ਤੇ ਸਭ ਤੋਂ ਵੱਡਾ ਚਿਹਰਾ ਉਹੀ ਸੀ ਕਿਉਂਕਿ ਸਭ ਤੋਂ ਨੇੜੇ ਕੈਪਟਨ ਅਮਰਿੰਦਰ ਸਿੰਘ ਦੇ ਉਹ ਸੀ ਜੀ। ਔਰ ਤੁਸੀਂ ਯਕੀਨ ਮੰਨੋ ਕਿ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਆਉਂਦਾ ਸੀ ਤੇ ਉਹ ਜਿਹੜੀਆਂ ਬਗਾਵਤ ਦੀਆਂ ਸੁਰਾਂ ਬਹੁਤ ਵੱਡੀਆਂ ਲੱਗਦੀਆਂ ਸੀ, ਉਹਨਾਂ 'ਚ ਕੋਈ ਅਹਿਮੀਅਤ ਲੱਗਦੀ ਸੀ, ਇਸੇ ਕਰਕੇ ਉਹ ਬਹੁਤ ਮਹੱਤਵਪੂਰਨ ਲੱਗਦੀਆਂ ਸੀ, ਸਿਗਨੀਫੀਕੈਂਟ ਲੱਗਦੀਆਂ ਸੀ। ਕਾਰਨ ਇਹ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ, ਜੇ ਆਮ ਤੌਰ ਤੇ ਤੁਸੀਂ ਯਕੀਨ ਮੰਨੋ ਜੇ ਚਰਨਜੀਤ ਸਿੰਘ ਚੰਨੀ ਸੀ ਜਾਂ ਬਾਕੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣੀ ਲੱਗੇ ਹੁੰਦੇ ਜਾਂ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਲੱਗੇ ਹੁੰਦੇ ਤੇ ਸ਼ਾਇਦ ਇਹਦਾ ਇੰਪੈਕਟ ਇੰਨਾ ਨਹੀਂ ਸੀ ਪੈਣਾ। ਦੂਸਰੀ ਗੱਲ, ਸੁਨੀਲ ਜਾਖੜ ਹੋਣਾ ਦੀ ਗੱਲ ਕਹਿਣੀ ਬਿਲਕੁਲ ਵਾਜਬ ਆ। ਤੁਸੀਂ ਆਪ ਦੇਖੋ ਕਿ ਮਨੀਸ਼ ਤਿਵਾੜੀ ਹੋਣੀ ਕਿ ਸਾਨੂੰ ਹਿੰਦੂ ਚਿਹਰਾ ਚਾਹੀਦਾ ਜਾਂ ਇਸ ਤਰ੍ਹਾਂ ਦਾ ਚਿਹਰਾ ਚਾਹੀਦਾ, ਇਹ ਸਾਰੇ ਕਹਿੰਦੇ ਰਹੇ ਕਿ ਕੀ ਸੁਨੀਲ ਜਾਖੜ ਹੋਣਾ ਨੂੰ ਭੁੱਲ ਗਏ ਸੀ ਕਿ ਉਹ ਤਾਂ ਪਹਿਲੇ ਪ੍ਰਧਾਨ ਬੈਠੇ ਹੋਏ ਨੇ। ਕਹਿਣ ਦਾ ਮਤਲਬ ਇਹ ਸਾਰੇ ਲੋਕ ਆਪਣੇ ਆਪਣੇ ਹਿੱਤ ਸੌੜਦੇ ਰਹੇ, ਆਪਣੇ ਆਪਣੇ ਹਿੱਤਾਂ ਦੀ ਗੱਲ ਕਰਦੇ ਰਹੇ, ਤੇ ਇਸੇ ਕਰਕੇ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਇਗਨੋਰਡ ਸਮਝਿਆ। ਕਮ ਸੇ ਕਮ ਉਹਨਾਂ ਤੋਂ ਸਲਾਹ ਲਿੱਤੀ ਜਾ ਸਕਦੀ ਸੀ ਕਿ ਤੁਸੀਂ 5 ਸਾਲ ਪ੍ਰਧਾਨ ਰਹਿ ਚੁੱਕੇ ਹੋ, ਆਪਣਾ ਤੁਸੀਂ ਇੱਕ ਤਰ੍ਹਾਂ ਦਾ ਕੰਮ ਦਿਖਾਤਾ, ਚਾਹੇ ਉਹ ਵਧੀਆ ਸੀ ਘਟੀਆ ਸੀ, ਉਹਦੀ ਅਸੈਸਮੈਂਟ ਹੋ ਜਾਂਦੀ, ਉਹਦਾ ਰਿਵਿਊ ਹੋ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਕਮ ਸੇ ਕਮ ਕੌਨਫੀਡੈਂਸ ਲੈ ਲਿੱਤਾ ਜਾਂਦਾ ਕਿ ਦੇਖੋ ਅਸੀਂ ਪ੍ਰਧਾਨ ਬਦਲਣ ਲੱਗੇ ਆ ਤੇ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ। ਇਹਦੇ ਨਾਲ ਉਹਨਾਂ ਨੂੰ ਚੰਗਾ ਲੱਗਦਾ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਆ, ਇੱਕ ਆਨਰੇਬਲ ਐਗਜ਼ਿਟ ਹਰ ਕੋਈ ਪ੍ਰਧਾਨ, ਹਰ ਕੋਈ ਮੁੱਖ ਮੰਤਰੀ ਚਾਹੁੰਦਾ। ਇਹ ਦਿਲਚਸਪ ਹੈ, ਇਹ ਵਰਤਾਰੇ ਬੜੇ ਦਿਲਚਸਪ ਆ, ਕਿਉਂਕਿ ਜਦੋਂ ਦੋ ਵਿਰੋਧੀ ਰਾਵਾਂ ਇਕੱਠੀਆਂ ਤੁਰਦੀਆਂ ਨੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ, ਤਾਂ ਉਦੋਂ ਕੁਦਰਤੀ ਤੌਰ ਤੇ ਸਟੇਟ ਫਾਇਦੇ 'ਚ ਹੁੰਦੀ ਹੈ। ਜਦੋਂ ਮੋਨੋਪੋਲੀ ਹੁੰਦੀ ਆ ਤਾਂ ਫਿਰ ਤੁਹਾਨੂੰ ਪਤਾ ਕਾਲਾ ਬਾਜ਼ਾਰੀ ਹੁੰਦੀ ਆ ਤੇ ਮਾਫੀਆ ਪਲਦਾ, ਜਿੱਦਾਂ ਪਲਦਾ ਰਿਹਾ। ਬਾਦਲ ਕਿਆਂ ਦੇ ਵਾਰੀ ਵੀ ਉਹ ਮਾਫੀਆ ਬੜਾ ਤੇਜ਼ੀ ਨਾਲ ਅੱਗੇ ਵਧਿਆ ਤੇ ਬੱਚੇ ਵਿਦੇਸ਼ਾਂ ਨੂੰ ਦੌੜ ਗਏ
ਤੇ ਹੁਣ ਵੀ ਇਹੀ ਆ। ਲੇਕਿਨ ਜੇ ਦੋਵਾਂ 'ਚ ਵਿਰੋਧ ਜਾਰੀ ਰਹੂਗਾ, ਲੇਕਿਨ ਵਿਰੋਧ ਇੰਨਾ ਨਾ ਹੋਵੇ ਕਿ ਜਿੱਦਾਂ 3 ਮਹੀਨੇ ਦੀ ਖੜੋਤ ਸੀ, ਪੰਜਾਬ ਪੂਰੀ ਤਰ੍ਹਾਂ ਸਟਰਕ ਹੋ ਕੇ ਰਹਿ ਗਿਆ। ਹੁਣ ਇਹਨਾਂ ਨੂੰ ਇਕੱਠੇ ਤੁਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਇੱਕ ਖਾਸ ਤਰ੍ਹਾਂ ਦੀ ਸਹੂਲਤ ਚਾਹੀਦੀ ਆ ਉਹ ਮਿਲਦੀ ਰਵੇ, ਜਿਹੜੀ ਅਜੇ ਤੱਕ ਅਣਹੋਂਦ ਹੈ। ਲੇਕਿਨ ਮੈਂ ਹੁਣ ਥੋੜਾ ਜਿਹਾ ਅੱਗੇ ਆਊਂਗਾ ਕਿ ਇਸੇ ਵੇਲੇ ਹੀ ਲੰਬੀ ਹਲਕੇ ਤੋਂ ਜਿਹੜੇ ਇੱਕ ਸਾਬਕਾ MP ਜਗਦੇਵ ਸਿੰਘ ਖੁੱਡੀਆਂ, ਸਵਰਗੀ ਸਰਦਾਰ ਜਗਦੇਵ, ਉਹਨਾਂ ਦੇ ਸੁਪੁੱਤਰ ਉਹ ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ਪਾਰਟੀ ਨੂੰ ਛੱਡ ਜਾਂਦੇ ਆ। ਮੈਨੂੰ ਇਹ ਵਰਤਾਰੇ ਇੱਕੋ ਸਮੇਂ ਸਮਝ ਨਹੀਂ ਆਏ। ਹਾਲਾਂਕਿ ਜਦੋਂ ਪਿਛਲੇ ਸਮੇਂ ਦੇ ਵਿੱਚ ਲਾਲੀ ਮਜੀਠੀਆ ਨੂੰ ਚੇਅਰਮੈਨ ਲਾਇਆ ਗਿਆ ਸੀਗਾ, ਉਸ ਵੇਲੇ ਗੁਰਮੀਤ ਖੁੱਡੀਆਂ ਦਾ ਜ਼ਿਕਰ ਵੀ ਚੱਲਦਾ ਰਿਹਾ ਕਿ ਉਸ ਪਰਿਵਾਰ ਦੀ ਵੀ ਕੁਰਬਾਨੀ ਆ, ਉਹ ਵੀ ਉੱਥੇ ਬਾਦਲ ਕਿਆਂ ਨਾਲ ਲੜਦੇ ਰਹੇ ਆ ਲੰਬੀ ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ ਲਈ ਖੜਦੇ ਵੀ ਰਹੇ ਆ, ਉਹਨਾਂ ਨੂੰ ਦਰਕਨਾਰ ਕਰਤਾ ਗਿਆ ਤੇ ਆਖਿਰਕਾਰ ਉਹ ਸਿੱਧੂ ਦੀ ਤਾਜਪੋਸ਼ੀ ਵੇਲੇ ਕਾਂਗਰਸ ਛੱਡ ਜਾਂਦੇ ਆ। ਇਹ ਸਿੱਧੂ ਦੇ ਪ੍ਰਧਾਨ ਬਣਦਿਆਂ ਛੱਡਣ ਵਾਲੀ ਗੱਲ, ਕੋਈ ਉਮੀਦ ਨਹੀਂ ਬਚੀ ਹੋਊਗੀ ਉਹਨਾਂ ਨੂੰ, ਜਾਂ ਇਹ ਅਗਲੇ ਦਿਨਾਂ ਦੇ ਸੰਕੇਤ ਹੈ ਕਿ ਹੁਣ ਲੜਾਈ ਜਿਹੜੀ 3 ਧਿਰੀ ਹੋ ਗਈ, ਕਲੀਅਰ, ਇੱਕ ਬੰਨੇ ਸਿੱਧੂ, ਦੂਜੇ ਬੰਨੇ ਆਮ ਆਦਮੀ ਪਾਰਟੀ, ਤੀਜੇ ਬੰਨੇ ਸੁਖਬੀਰ ਕੇ। ਬਿਲਕੁਲ ਤੁਸੀਂ ਠੀਕ ਕਿਹਾ ਜੀ। ਗੁਰਮੀਤ ਸਿੰਘ ਖੁੱਡੀਆਂ ਸਨ 2004 ਦੇ ਵਿੱਚ ਕਾਂਗਰਸ ਜੁਆਇਨ ਕਰਦੇ ਆ, ਔਰ ਲੰਬੀ ਹਲਕਾ ਉਹ ਹਲਕਾ ਤੁਹਾਨੂੰ ਪਤਾ ਹੀ ਹੈ, ਪ੍ਰਕਾਸ਼ ਸਿੰਘ ਬਾਦਲ ਉੱਥੋਂ ਚੋਣ ਲੜਦੇ ਨੇ ਜੀ। ਲੇਕਿਨ ਉੱਥੇ ਉਹਨਾਂ ਨੂੰ ਆਪਣੇ ਆਪ ਨੂੰ ਇਗਨੋਰਡ ਫੀਲ ਕਰਨਾ, ਆਪਣੇ ਆਪ ਨੂੰ ਪਾਸੇ ਹੋਇਆ ਫੀਲ ਕਰਨਾ, ਜਾਂ ਕਾਂਗਰਸ ਦਾ ਉਹਨਾਂ ਦਾ ਕਿਸੇ ਤਰ੍ਹਾਂ ਦਾ ਪਤਾ ਸੁਰ ਨਾ ਲੈਣਾ, ਇਸੇ ਕਰਕੇ ਜੋ ਉਹਨਾਂ ਨੇ ਕਿਹਾ ਕਿ ਮੈਂ ਇਹ ਪਾਰਟੀ ਛੱਡਣ ਜਾ ਰਿਹਾ। ਮੈਨੂੰ ਲੱਗਾ ਕਿਉਂਕਿ ਜਿਹੜੇ ਉੱਥੇ ਪਹਿਲਾਂ ਲੀਡਰ ਸੀਗੇ ਮਹੇਸ਼ਿੰਦਰ ਸਿੰਘ ਬਾਦਲ, ਉਹਨਾਂ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਮੈਂ ਹੁਣ ਚੋਣ ਨਹੀਂ ਲੜਨੀ। ਇਸ ਕਾਂਗਰਸ ਕੋਲੇ ਉੱਥੇ ਬਹੁਤ ਜ਼ਿਆਦਾ ਆਪਸ਼ਨਸ ਨਹੀਂ, ਔਰ ਖਾਸ ਤੌਰ ਤੇ ਉਹਨਾਂ ਨੇ ਉਸ ਦਿਨ ਇਹ ਐਲਾਨ ਕੀਤਾ ਜਿਸ ਦਿਨ ਨਵਜੋਤ ਸਿੰਘ ਸਿੱਧੂ ਨੂੰ ਥਾਪਿਆ ਜਾ ਰਿਹਾ ਸੀ ਨਵਾਂ ਪ੍ਰਧਾਨ ਪਾਰਟੀ ਦਾ। ਇਸ ਕਰਕੇ ਪਾਰਟੀ ਲਈ ਇਹੋ ਜਿਹੀਆਂ ਚੀਜ਼ਾਂ ਹੋਰ ਵੀ ਜ਼ਰੂਰੀ ਹੁੰਦੀਆਂ, ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਸਾਬਕਾ ਪ੍ਰਧਾਨਾਂ ਦੇ ਘਰ ਜਾ ਕੇ, ਸਾਬਕਾ ਵਿਧਾਇਕਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਇਆ, ਉਹਨਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਸਾਨੂੰ ਇਹ ਵੀ ਦੇਖਣਾ ਹੋਊਗਾ ਕਿ ਉਹ ਜਗਮੀਤ ਸਿੰਘ ਖੁੱਡੀਆਂ ਦੇ ਘਰ ਜਾਣਗੇ ਹੁਣ, ਕੀ ਉਹਨਾਂ ਨੂੰ ਮਨਾਉਣਗੇ, ਕਿਉਂਕਿ ਬਹੁਤ ਜ਼ਿਆਦਾ ਚਿਹਰੇ ਲੰਬੀ ਦੇ ਵਿੱਚ ਜਿੱਥੇ ਬਾਦਲਾਂ ਦਾ ਗੜ੍ਹ ਮੰਨਿਆ ਜਾਂਦਾ, ਕਾਂਗਰਸ ਕੋਲੇ ਹੈ ਨਹੀਂ ਆ। ਜੇ ਇਹਨਾਂ ਨੇ ਬਹੁਤ ਸਖਤ ਲੜਾਈ ਲੜਨੀ ਆ, ਸਟਰੋਂਗ ਹੋ ਕੇ, ਤਾਕਤਵਰ ਹੋ ਕੇ ਲੜਾਈ ਲੜਨੀ ਆ, ਤੇ ਇਸ ਤਰ੍ਹਾਂ ਦੇ ਚਾਹੇ ਉਹ ਵੱਡੇ ਲੀਡਰ ਹੋਣ, ਚਾਹੇ ਉਹ ਛੋਟੇ ਲੀਡਰ ਹੋਣ। ਕੱਲ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਆ ਨਵਜੋਤ ਸਿੰਘ ਸਿੱਧੂ ਨੇ ਕਿ ਮੈਂ ਤਾਂ ਪ੍ਰਧਾਨ ਆ, ਮੈਨੂੰ ਲੱਗਦਾ ਕਾਂਗਰਸ ਦਾ ਹਰ ਵਰਕਰ ਪ੍ਰਧਾਨ ਆ। ਸੋ ਇਹਦੇ ਨਾਲ ਕਹਿਣ ਦੇ ਨਾਲ ਜੋ ਉਹਨਾਂ ਨੂੰ ਪ੍ਰਧਾਨ ਵਾਕਿਆ ਮੰਨਣਾ ਪਊਗਾ, ਜਿਹੜੇ ਸ਼ਬਦ ਉਹਨਾਂ ਨੇ ਕਹੇ ਆ ਉਹਨਾਂ ਤੇ ਫਿਰ ਖਰੇ ਉਤਰਨਾ ਪਊਗਾ, ਤਾਂ ਹੀ ਜਗਮੀਤ ਸਿੰਘ ਖੁੱਡੀਆਂ ਵਰਗੇ ਬੰਦੇ ਕਾਂਗਰਸ ਦੇ ਵਿੱਚ ਰਹਿਣਗੇ ਤੇ ਨਾਲ ਉਹਨਾਂ ਦੇ ਜੁੜਨਗੇ। ਨਹੀਂ ਤਾਂ ਬਾਕੀ ਪਾਰਟੀਆਂ ਦੇ ਆਪਸ਼ਨਸ ਉਹਨਾਂ ਕੋਲ ਪਏ ਆ, ਉਹ ਤਾਂ ਜਾਣ ਨੂੰ ਤਿਆਰ। ਕੁਦਰਤੀ ਹੈ, ਤੁਸੀਂ ਠੀਕ ਕਹਿ ਰਹੇ ਹੋ। ਗੁਰਮੀਤ ਸਿੰਘ ਖੁੱਡੀਆਂ, ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਫੌਤ ਹੋ ਚੁੱਕੇ ਨੇ, ਜਿਹੜੇ MP ਸੀਗੇ, ਲੇਕਿਨ ਗਾਂ ਅਮੀਤ ਸਿੰਘ ਖੁੱਡੀਆਂ ਇੱਕ ਬਹੁਤ ਬਿਹਤਰ ਸ਼ਾਈਨਿੰਗ ਚਿਹਰਾ ਇਸ ਪਰਿਵਾਰ ਦਾ, ਜਿਹੜਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਜਿਹੜੀ ਉਹ ਪਨੀਰੀ ਆ, ਉਹਦੇ ਵਿੱਚੋਂ ਸਿਆਸੀ ਪਨੀਰੀ ਉਹਦੇ ਚੋਂ ਨਿਕਲਦਾ ਹੈ। ਤੇ ਅਗਲੇ ਦਿਨਾਂ ਦੇ ਵਿੱਚ ਉਹ ਜਿਸ ਵੀ ਪਾਰਟੀ 'ਚ ਹੋਣਗੇ, ਮੈਨੂੰ ਲੱਗਦਾ ਉਹ ਉਹਨਾਂ ਨੂੰ ਫਾਇਦਾ ਦੇਣਗੇ। ਖੈਰ ਨਵੇਂ ਪੋਜ ਦੇ ਵਿੱਚੋਂ ਮੈਨੂੰ ਲੱਗਦਾ ਅਮੀਤ ਇਲੈਕਸ਼ਨ ਲੜੂਗਾ ਡੈਫੀਨੇਟਲੀ। ਕਾਂਗਰਸ ਨੂੰ ਸਿੱਧੂ ਨੂੰ ਦੇਖਣਾ ਹੋਊਗਾ ਕਿ ਉਹ ਇਸ ਤਰ੍ਹਾਂ ਦੇ ਚਿਹਰਿਆਂ ਨੂੰ ਕਿਵੇਂ ਅੱਗੇ ਵਧਾਉਂਦੇ ਆ। ਪਹਿਲੀ ਮੇਰੇ ਖਿਆਲ ਅਟੈਂਪਟ ਸ਼ਾਇਦ ਉਹਨਾਂ ਨੂੰ ਇਹ ਕਰਨੀ ਪੈ ਜੇ ਕਿ ਕੋਈ ਵਰਕਰ ਬਣਾਉਣਾ। ਦੂਜੀ ਗੱਲ ਮੈਨੂੰ ਇਹ ਜ਼ਰੂਰ ਦੱਸ ਦਿਓ ਕਿ ਬੇਅਦਬੀ ਮਾਮਲੇ ਤੇ ਉਹਨਾਂ ਤੋਂ ਬਾਅਦ ਦੀਆਂ ਗੋਲੀकांड ਦੀਆਂ ਘਟਨਾਵਾਂ ਨਾਲ ਸੰਬੰਧਿਤ ਜਦੋਂ ਬਰਗਾੜੀ 'ਚ ਮੋਰਚਾ ਲੱਗਿਆ ਸੀ ਤੇ ਧਿਆਨ ਸਿੰਘ ਮੰਡ ਤੇ ਦਾਦੂਵਾਲ, ਬਾਬਾ ਦਾਦੂਵਾਲ, ਇਹ ਦੋਨਾਂ ਨੇ ਉੱਥੇ ਡੇਰਾ ਗੱਡਿਆ ਸੀਗਾ। ਉਹਨਾਂ ਨੂੰ ਉਠਾਉਣ 'ਚ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ, ਇਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ। ਤੇ ਇਹਨਾਂ ਦੇ ਨਾਲ ਇਹਨਾਂ ਦੇ ਚੇਲੇ, ਇਹਨਾਂ ਦੇ ਨਾਲ ਦੇ ਸਾਥੀ, ਜਿਹੜਾ ਜਿਨ੍ਹਾਂ 'ਚ ਕੁਲਬੀਰ ਹੈ ਜੀਰੇ ਵਾਲਾ, ਉਹਦੇ ਨਾਲ ਕਿੱਕੀ ਢਿੱਲੋਂ ਤੇ ਹਰਮਿੰਦਰ ਗਿੱਲ, ਜਿਹੜਾ ਪੰਥਕ ਸਭਾ 'ਚ ਇੱਕ ਵੱਡਾ ਚਿਹਰਾ ਸ਼ੁਰੂ ਤੋਂ ਹੀ ਹੈ, ਉਹ ਤਿੰਨੇ ਜਾਣੇ ਵੀ ਇਹ ਨਾਲ ਰਹੇ। ਤੇ ਹੁਣ ਆਨਨ ਫਾਨਨ 'ਚ ਕੱਲ ਵਾਲੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ, ਬਾਬਿਆਂ ਨੂੰ ਵੀ ਪਤਾ ਵੀ ਕੱਲ ਹੁਣ ਇੱਕ ਵਾਰੀ ਇਨਿੰਗ ਬਦਲ ਗਈ ਆ, ਹੁਣ ਸਿੱਧੂ ਆ ਗਿਆ। ਉਹਨਾਂ ਨੇ ਦੋਵੇਂ ਬੰਦੇ ਸੱਦ ਲਏ, ਨਾਲ ਤਿੰਨੇ MLA ਸੱਦ ਲਏ। 2 ਤਰੀਕ ਨੂੰ ਵੀ ਆਓ, ਤੁਸੀਂ ਵਾਅਦਾ ਖਿਲਾਫੀ ਕਰਕੇ ਗਏ ਸੀ, ਪੰਥਕ ਮਹਾਜ ਤੇ ਵੱਡੀ ਮੁਹਿੰਮ ਨੂੰ ਤੁਸੀਂ ਮੋੜਾ ਦੇ ਗਏ ਸੀ, ਤੇ ਹੁਣ ਆ ਕੇ ਜਵਾਬ ਦਿਓ। ਤੁਸੀਂ ਤਾਂ ਕਹਿ ਗਏ ਕਿ ਛੇਤੀ ਫੈਸਲਾ ਕਰਾ ਦਾਂਗੇ। ਜੀ ਬਿਲਕੁਲ, ਤੁਹਾਡੀ ਗੱਲ ਠੀਕ ਆ। ਦੇਖੋ ਕੱਲ ਜਿਹੜਾ ਸਮਾਗਮ ਹੁੰਦਾ, ਆਪਾਂ ਪਹਿਲਾਂ ਗੱਲ ਇੱਥੋਂ ਤੋਰਦੇ ਹਾਂ, ਚਾਹੇ ਉਹ ਸੁਨੀਲ ਜਾਖੜ ਹੋਣ ਤੇ ਚਾਹੇ ਨਵਜੋਤ ਸਿੰਘ ਸਿੱਧੂ ਹੋਣ। ਉਹ ਕਹਿੰਦੇ ਜੇ ਕਾਂਗਰਸ ਨੇ ਨੈਸ਼ਨਲ ਲੈਵਲ ਤੇ ਉੱਭਰਨਾ, ਦੁਬਾਰਾ ਸੱਤਾ ਪ੍ਰਾਪਤ ਕਰਨੀ ਹੈ, ਤੇ ਉਹਦਾ ਜਿਹੜਾ ਰਾਹ ਉਹ ਪੰਜਾਬ ਵਿੱਚੋਂ ਜਾਂਦਾ। ਤੇ ਪੰਜਾਬ ਦੇ ਵਿੱਚ ਸੱਤਾ 'ਚ ਆਉਣ ਲਈ ਜਿਹੜਾ ਰਾਹ, ਉਹ ਬੇਅਦਬੀ ਦੇ ਕੇਸਾਂ ਨੂੰ, ਜਿਹੜੇ ਵੀ ਮਾਮਲੇ ਹੋਏ ਆ, ਉਹਨਾਂ ਨੂੰ ਹੱਲ ਕੀਤੇ ਬਿਨਾਂ, ਜਾਂ
ਬਹਿਬਲ ਕਲਾਂ ਹੋਵੇ ਜਾਂ ਕੋਟਕਪੂਰਾ ਗੋਲੀकांड ਹੋਵੇ, ਉਹਨਾਂ ਨੂੰ ਹੱਲ ਕੀਤੇ ਬਿਨਾ ਨਹੀਂ ਜਾਣਾ। ਸੋ ਮੇਰਾ ਕਹਿਣ ਦਾ ਭਾਵ ਆ, ਔਰ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਸੁਰ ਦੇਖੋ ਕੱਲ ਜਾਂ ਤੇਵਰ, ਤੇ ਉਹਦਾ ਇਹੀ ਸੀ ਕਿ ਪਹਿਲਾਂ ਜੇ ਮੈਂ ਆਪਣੇ ਗੁਰੂ ਦਾ ਸੱਚਾ ਭਗਤ ਆ, ਸ਼ਰਧਾਲੂ ਆ, ਸੱਚਾ ਸਿੱਖ ਆ, ਤਾਂ ਪਹਿਲਾਂ ਮੈਂ ਉਹ ਮਾਮਲੇ ਹੱਲ ਕਰੂੰਗਾ। ਹੁਣ ਇਹ ਜਦੋਂ ਗੱਲਾਂ ਉੱਥੇ ਪਹੁੰਚੀਆਂ, ਜਿਸ ਤਰ੍ਹਾਂ ਤੁਸੀਂ ਧਿਆਨ ਸਿੰਘ ਮਨ ਜਥੇਦਾਰ ਹੋਣਾ ਦੀ ਗੱਲ ਕੀਤੀ ਹੈ, ਜਿਨ੍ਹਾਂ ਨੂੰ ਸਰਬੱਤ ਖਾਲਸਾ ਦੇ ਵਿੱਚ ਥਾਪਿਆ ਗਿਆ, ਠੀਕ ਹੈ, ਉਹਨਾਂ ਦੇ ਇਹਨਾਂ ਨੂੰ ਬੁਲਾਉਣ ਦਾ ਇਹੀ ਮਕਸਦ ਆ ਕਿ ਜੇ ਤੁਸੀਂ ਵਾਕਿਆ ਸੀਰੀਅਸ ਆਓ, ਫਿਰ ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਇਹੀ ਸੁਖਿੰਦਰ ਸਿੰਘ ਰੰਧਾਵਾ, ਇਹੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਸੀ ਤੇ ਕਹਿੰਦੇ ਸੀ ਕਿ ਆਓ ਆਪਾਂ ਹੱਲ ਕਰੀਏ। ਹੁਣ ਇਹ ਜਿਹੜੀ ਗੱਲ ਆ, ਤੁਸੀਂ ਰੰਧਾਵਾ ਜੀ ਪਿਛਲੇ ਪ੍ਰੋਗਰਾਮ 'ਚ ਕਰਦੇ ਸੀ ਤੇ ਹੁਣ ਅੱਜ ਦੇ ਪ੍ਰੋਗਰਾਮ 'ਚ ਆਪਾਂ ਕਹਿੰਦੇ ਆ, ਇਹ ਆ ਹੁਣ ਜਿਹੜੀ ਘੜੀ ਆ, ਜਿਹੜੀ ਇਮਤਿਹਾਨ ਦੀ ਘੜੀ ਜਿਹਨੂੰ ਆਪਾਂ ਕਹਿੰਦੇ ਆ, ਹੁਣ ਆ ਇਮਤਿਹਾਨ। ਜਿਹੜੇ ਇਹ ਸਿਰਫ ਗੱਲਾਂ ਕਰ ਲੈਣੀਆਂ, ਕਮੇਟੀਆਂ ਬਣਾ ਦੇਣੀਆਂ, SITs ਬਣਾ ਦੇਣੀਆਂ, ਇਹ ਠੀਕ ਆ ਆਪਣੀ ਜਗ੍ਹਾ, ਸਰਕਾਰਾਂ ਕਰਦੀਆਂ, ਲੇਕਿਨ ਇਮਤਿਹਾਨ ਦੀ ਘੜੀ ਇਹ ਆ ਕਿ ਕਿੰਨੇ ਕੁ ਆਪਾਂ ਸੀਰੀਅਸ ਆ, ਕਿੰਨੇ ਕੁ ਆਪਾਂ ਸੰਜੀਦਾ ਇਹਨਾਂ ਮਾਮਲਿਆਂ ਨੂੰ ਹੱਲ ਕਰਨੀ, ਹੁਣ ਪਤਾ ਲੱਗੇਗਾ। ਇਹ ਵੀ ਸਵਾਲ ਆਊਗਾ ਜਿਹੜਾ ਅਸੀਂ ਦਿਨ ਵੇਲੇ, ਕਿਉਂਕਿ ਇਹ ਪੰਥਕ ਮੁੱਦਿਆਂ ਤੇ ਸਰਦਾਰ ਨਰਿੰਦਰਪਾਲ ਸਿੰਘ ਦੀ ਤਗੜੀ ਪਕੜ ਆ ਕਿ ਕੀ ਮੁਤਵਾਜੀ ਜਥੇਦਾਰ ਜਾਂ ਐਕਟਿੰਗ ਜਥੇਦਾਰ ਹੋਣ ਦਾ ਮਤਲਬ ਇਹ ਵੀ ਹੈ ਕਿ ਉਹ ਅਕਾਲ ਤਖਤ ਸਾਹਿਬ ਤੇ ਕਿਸੇ ਨੂੰ ਬੁਲਾ ਸਕਣ, ਜਦੋਂ ਕਿ ਅਜੇ ਤੱਕ ਇਹੀ ਫੈਸਲਾ ਨਹੀਂ ਹੋ ਪਾ ਰਿਹਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਮੁਤਵਾਜੀ ਜਥੇਦਾਰ ਜਾ ਵੀ ਸਕਦੇ ਆ ਕਿ ਨਹੀਂ, ਉੱਥੇ ਜਾ ਕੇ ਬਹਿ ਵੀ, ਜੇ ਉਹ ਅਕਾਲ ਤਖਤ ਸਾਹਿਬ ਤੋਂ ਬਾਹਰ ਕਿਤੇ ਬਹਿ ਕੇ ਇਸ ਤਰ੍ਹਾਂ ਦੀ ਸੁਣਵਾਈ ਕਰਦੇ ਆ, ਜਾਂ ਇਹ ਜਿਹੜੇ ਮੰਤਰੀ ਨੇ ਇਹ ਇਸ ਤਰ੍ਹਾਂ ਮਤਵਾਜੀ ਜਥੇਦਾਰ ਦੇ ਕਹਿਣ ਤੇ ਆਉਣਗੇ ਵੀ ਕਿ ਨਹੀਂ, ਕਿਉਂਕਿ ਇਹ ਵੀ ਗੱਲ ਹੋਊਗੀ ਕਿ ਜਥੇਦਾਰ ਤਾਂ ਕਾਰਜਕਾਰੀ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ, ਅਸੀਂ ਤੁਹਾਡੀ ਗੱਲ ਕਿਉਂ ਸੁਣੀਏ। ਸੋ ਟਕਰਾਅ ਤਾਂ ਹੈਗੇ ਆ, ਲੇਕਿਨ ਹੁਣ ਜਿਹੜੀਆਂ 2-3 ਖਬਰਾਂ ਤੁਸੀਂ ਮੈਨੂੰ, ਇੱਕ ਤਾਂ ਬੜੀ ਪੋਜ਼ਿਟਿਵ ਖਬਰ ਹੈ, ਜਿਹੜੀ ਖਬਰ ਦੇ ਬਾਰੇ ਤੁਸੀਂ ਮੈਨੂੰ ਯਾਦ ਵੀ ਕਰਾਇਆ ਸੀ ਕਿ ਸਾਨੂੰ ਉਹ ਲੈਣੀ ਚਾਹੀਦੀ ਆ, ਉਹ ਆ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ ਗੱਲ, ਤੇ ਦੂਜੀ ਗੱਲ ਕਿ ਪੰਜਾਬ ਨੂੰ ਦੇਰ ਬਾਅਦ ਕੇਂਦਰ ਨੇ ਜਿਹੜਾ ਉਹ ਰੂਰਲ ਡਿਵੈਲਪਮੈਂਟ ਫੰਡ ਉਹਦੇ ਤੇ ਹਾਮੀ ਭਰਤੀ ਸ਼ਾਇਦ ਮਿਲ ਵੀ ਗਿਆ, ਇਹ ਰਿਲੀਜ਼ ਕਰਤਾ। ਇਹ ਦੱਸਿਓ ਜਰਾ ਹੁਣ ਜਾਂਦੇ ਜਾਂਦੇ ਇਹਨਾਂ ਤੇ। ਬਸ ਰੰਧਾਵਾ ਜੀ, ਉਹ 'ਚ ਮੈਂ ਇਹੀ ਦੱਸਣਾ ਚਾਹੁੰਦਾ ਕਿ ਬਹੁਤ ਦੇਰ ਤੋਂ ਪੰਜਾਬ, ਜਦੋਂ ਸੁਖਬੀਰ ਸਿੰਘ ਬਾਦਲ ਹੁੰਦੇ ਸੀ, ਉਹ ਵੀ ਵੱਖਰੀਆਂ ਇੰਡਸਟਰੀਲਿਸਟ ਨੂੰ ਬੁਲਾ ਕੇ, ਜਿਹੜੇ ਵੱਡੇ ਸਨਅਤਕਾਰ ਹੁੰਦੇ ਸੀ, ਉਹਨਾਂ ਨੂੰ ਬੁਲਾ ਕੇ ਇੱਕ ਮੀਟਿੰਗਾਂ ਕਰਦੇ ਹੁੰਦੇ ਸੀ, ਪੰਜਾਬ ਸਮਿਟ ਕਹਿੰਦੇ ਉਹਨੂੰ, ਤਾਂ ਕਿ ਉਹ ਆ ਕੇ ਇੱਥੇ ਪੰਜਾਬ ਦੇ ਵਿੱਚ ਨਿਵੇਸ਼ ਕਰ ਸਕਣ, ਇੱਥੇ ਇਨਵੈਸਟਮੈਂਟ ਕਰ ਸਕਣ, ਇੰਡਸਟਰੀ ਲੱਗੇ, ਲੋਕਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ। ਇਸੇ ਤਰ੍ਹਾਂ ਦੀ ਜਿਹੜੀ ਅਟੈਂਪਟ ਆ, ਇੱਕ ਕੋਸ਼ਿਸ਼ ਆ, ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੀਤੀ ਹੈ। ਅਦਿੱਤਿਆ ਬਿਰਲਾ ਗਰੁੱਪ ਬਹੁਤ ਵੱਡਾ ਗਰੁੱਪ ਆ, ਉਹਨਾਂ ਨੇ 1000 ਕਰੋੜ ਦਾ ਇੱਕ ਪ੍ਰੋਜੈਕਟ ਲਾਉਣ ਦਾ ਸੋਚਿਆ। ਪੇਂਟ ਯੂਨਿਟ ਲਾਉਣਗੇ ਲੁਧਿਆਣੇ ਦੇ ਵਿੱਚ, ਹਾਈਟੈਕ ਵੈਲੀ ਆ, ਉੱਥੇ ਉਹਨਾਂ ਨੇ 61 ਏਕੜ ਦੇ ਕਰੀਬ 61 ਏਕੜ ਜ਼ਮੀਨ ਲਈ ਹੈ 147 ਕਰੋੜ ਦੀ, ਉੱਥੇ ਜਾ ਕੇ ਉਹ ਯੂਨਿਟ ਲਾਉਣਗੇ। ਇਸੇ ਤਰ੍ਹਾਂ 500 ਕਰੋੜ ਦਾ ਇੱਕ ਸੀਮੈਂਟ ਦਾ ਪਲਾਂਟ ਉਹ ਲਾਉਣਾ ਚਾਹੁੰਦੇ ਨੇ, ਉਹ ਰਾਜਪੁਰੇ ਲਾਉਣਗੇ। ਸੋ ਇਸ ਦੇ ਨਾਲ ਇੱਕ ਥੋੜੀ ਜਿਹੀ ਆਸ ਵੱਝਦੀ ਆ ਆਪਾਂ ਨੂੰ ਕਿ ਜਦੋਂ ਇੰਡਸਟਰੀ ਲੱਗੇਗੀ, ਰੋਜ਼ਗਾਰ ਮਿਲਣਗੇ। ਪੰਜਾਬ ਦੇ ਵਿੱਚ ਖੇਤੀਬਾੜੀ, ਤੁਹਾਨੂੰ ਪਤਾ ਸਾਡੀ ਪ੍ਰਧਾਨ ਇਕਨੋਮੀ ਆ, ਆਰਥਿਕਤਾ, ਲੇਕਿਨ ਨਾਲ ਦੇ ਨਾਲ ਇੰਡਸਟਰੀ ਆਉਣੀ ਬਹੁਤ ਜ਼ਰੂਰੀ ਆ, ਤਾਂ ਕਿ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਨੂੰ ਤੁਰੇ ਜਾਂਦੇ, ਉਹਨਾਂ ਨੂੰ ਨੌਕਰੀਆਂ ਇੱਥੇ ਹੀ ਆਪਣੇ ਪੰਜਾਬ ਦੇ ਵਿੱਚ, ਸੂਬੇ ਦੇ ਵਿੱਚ ਮਿਲ ਸਕਣ। ਤੇ ਜਿਸ ਤਰ੍ਹਾਂ ਤੁਸੀਂ ਰੂਰਲ ਡਿਵੈਲਪਮੈਂਟ ਦੀ ਫੰਡ ਦੀ ਗੱਲ ਕੀਤੀ ਆ, ਲਗਭਗ 1300 ਕਰੋੜ ਦਾ ਜਿਹੜਾ ਕਿਹਾ ਜਾ ਰਿਹਾ ਸੀ ਇੱਕ ਘਾਟਾ ਪਊਗਾ ਪੰਜਾਬ ਨੂੰ, ਹੁਣ ਸੈਂਟਰ ਗਵਰਨਮੈਂਟ ਨੇ ਕਿਹਾ ਕਿ ਉਹ ਜਲਦੀ ਰਿਲੀਜ਼ ਕਰਨਗੇ। ਕੱਲ ਹੀ ਉਹਨਾਂ ਦਾ ਬਿਆਨ ਆਇਆ, ਤੇ ਕਦੋਂ ਰਿਲੀਜ਼ ਹੋ ਕੇ ਪੰਜਾਬ ਸਰਕਾਰ ਨੂੰ, ਪੰਜਾਬ ਦੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਉਹਨਾਂ ਕੋਲੇ ਪਹੁੰਚਦਾ, ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਜੀ। ਮਤਲਬ ਇਹ ਨਾਲ ਹੀ ਉਹਨਾਂ ਸ਼ਰਤ ਲਾਤੀ ਵੀ ਇਹ ਹੈ ਰੂਰਲ ਡਿਵੈਲਪਮੈਂਟ ਫੰਡ, ਲਾਇਓ ਮੰਡੀਆਂ ਤੇ ਇੱਧਰ ਉੱਧਰ ਨਾ ਲਾ ਦਿਓ, ਇਹ ਨਾ ਹੋਵੇ ਕਿਸੇ ਮੰਤਰੀ ਨੂੰ ਕਿਹਾ ਚੱਲ ਆ ਚੱਕ ਕਰੋੜ ਰੁਪਈਆ, ਖੁਸ਼ ਰਹਿ, ਜਾ ਕੇ ਜਿੱਥੇ ਮਰਜ਼ੀ ਸਰਪੰਚਾਂ ਨੂੰ ਵੰਡ ਦੇ। ਤੁਸੀਂ ਨਾਲ ਇਹ ਵੀ ਗੱਲ ਕਰ ਲਿਓ। ਲੇਕਿਨ ਬੈਂਸ, ਸਿਮਰਜੀਤ ਸਿੰਘ ਬੈਂਸ, ਜਾਂਦੇ ਜਾਂਦੇ ਉਹ ਟਿੱਪਣੀ ਬੜੀ ਜ਼ਰੂਰੀ ਆ। ਬੈਂਸ ਤਰ੍ਹਾਂ ਦੀ ਰਾਜਨੀਤੀ ਨੇ ਪੰਜਾਬ ਦੇ ਵਿੱਚ ਬੜੀ ਦੌੜ ਲਵਾਤੀ। ਇਹ ਮਜੀਠੀਆ ਦੀ ਪੈਦਾਵਾਰ, ਜਿੰਨੇ ਵੀ ਚਿਹਰੇ ਆ, ਨੌਜਵਾਨ ਚਿਹਰੇ ਆ, ਸ਼ੁਰੂ ਦੇ ਵਿੱਚ ਉਹ ਜਿੱਥੇ ਜਿੱਥੇ ਵੀ ਮੁਸ਼ਕਲ ਅਕਾਲੀ ਦਲ ਹੁੰਦੀ ਉੱਥੇ ਭੇਜੇ ਜਾਂਦੇ ਸੀ ਵੀ ਇਹ ਕੰਡਾ ਕੱਢਣਾ ਹੈ, ਤੇ ਹੁਣ ਉਹਨਾਂ ਨੇ ਜਦੋਂ ਕੰਡਾ ਅਕਾਲੀ ਦਲ ਦਾ ਲੁਧਿਆਣੇ 'ਚ ਕੱਢਤਾ ਤੇ ਹੌਲੀ ਹੌਲੀ ਉਹ ਕੰਡੇ ਹੋਰ ਨਿਕਲਣ ਲੱਗੇ। ਆਹ ਜਿਹੜੀ ਅਦਾਲਤੀ ਪ੍ਰਕਿਰਿਆਵਾਂ ਦੀ ਗੱਲ ਆ, ਤੇ ਪੰਜਾਬ ਦੀ ਰਾਜਨੀਤੀ 'ਚ ਇਸ ਤਰ੍ਹਾਂ ਦੀ ਰਾਜਨੀਤੀ ਅੱਗੇ ਵੱਧਦੀ ਦਿਸਦੇ ਹੋ, ਜਾਂ ਹੁਣ ਇਹਦੇ ਬੈਕ ਗੇਅਰ ਲੱਗ ਗਿਆ, ਕੀ ਕਹਿੰਦੇ? ਦੇਖੋ, ਜਿਹੜੇ ਇਹ ਬੈਂਸ ਬ੍ਰਦਰ ਨੇ, ਸਿਮਰਜੀਤ ਸਿੰਘ ਬੈਂਸ ਹੋਏ, ਇਹਨਾਂ ਦੇ ਭਰਾ ਹੋਏ ਬਲਵਿੰਦਰ ਸਿੰਘ ਬੈਂਸ ਹੋਏ, ਲੋਕ ਇਨਸਾਫ ਪਾਰਟੀ ਇਹਨਾਂ ਨੇ ਲੁਧਿਆਣੇ 'ਚ ਬਣਾਈ ਸੀ, ਤੇ ਇਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੇ ਸੀ। 2 ਇਹਨਾਂ ਦੇ ਵਿਧਾਇਕ ਸੀ, ਆਪ ਇਹ ਦੋਨੇ ਭਰਾ, ਤੇ 20 ਉਹਨਾਂ ਦੇ ਸੀ। ਲੇਕਿਨ ਇਹਨਾਂ ਦਾ ਥੋੜਾ ਜਿਹਾ ਮੈਂ ਦੱਸਦਾ ਉਭਾਰ ਉਦੋਂ ਹੋਇਆ ਜਦੋਂ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ। ਲੁਧਿਆਣੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀਗਾ, ਤੇ ਉੱਥੋਂ ਦੇ ਜਿਹੜੇ ਤਹਿਸੀਲਦਾਰ ਸੀਗੇ,
ਮੇਜਰ ਬੇਨੀਪਾਲ, ਉਹਨਾਂ ਦੀ ਸ਼ਰੇਆਮ ਕੁੱਟਮਾਰ ਹੋਈ ਸੀ, ਕੱਪੜੇ ਤੱਕ ਪਾੜ ਦਿੱਤੇ ਗਏ ਸੀ, ਤੇ ਉਦੋਂ ਸਿਮਰਨਜੀਤ ਸਿੰਘ ਬੈਂਸ ਤੇ ਅੱਜ ਕੱਲ ਜਿਹੜੇ ਕਾਂਗਰਸ ਦੇ ਵਿੱਚ ਨੇ ਕਮਲਜੀਤ ਸਿੰਘ ਕਰਵਲ, ਉਹਨਾਂ ਦਾ ਨਾਂ ਆਇਆ ਸੀ, ਤੁਹਾਨੂੰ ਯਾਦ ਹੋਣਾ। ਨਾ ਉਸ ਬਿਲਕੁਲ ਤੋਂ ਬਾਅਦ ਇਹ ਸੱਤਾ ਦੇ ਵਿੱਚ ਉੱਭਰਦੇ ਨੇ, ਹੌਲੀ ਹੌਲੀ ਵੱਧਦੇ ਨੇ। ਲੋਕਾਂ ਦਾ ਇਹ ਕਹਿਣਾ ਕਿ ਦੇਖੋ ਜੀ, ਇਹ ਇੱਕ ਤਰ੍ਹਾਂ ਦੇ ਜੋ ਲੋਕੀ ਨਾਮ ਦਿੰਦੇ ਨੇ ਰੋਬਿਨ ਹੁੱਡ ਨੇ, ਲੋਕਾਂ ਦੇ ਕੰਮ ਬੜੇ ਕਰਦੇ ਨੇ। ਜਿਹੜੇ ਲੋਕ ਇਹਨਾਂ ਦੇ ਦਰਵਾਜ਼ੇ ਪਹੁੰਚ ਜਾਂਦੇ ਨੇ, ਉਹਨਾਂ ਦਾ ਜੀ ਕੰਮ ਕਰਾਉਣ ਦੇ ਵਿੱਚ ਇਹ ਬਹੁਤ ਪਹਿਲ ਕਰਦੇ ਨੇ। ਹੁਣ ਜਿਹੜੀ ਇਹ ਗੱਲ ਆਈ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ, ਦੇਖੋ ਇਹਦੇ ਵਿੱਚ ਜਦੋਂ ਉਹਨਾਂ ਦੀ ਖਾਰਜ ਹੋ ਜਾਣੀ ਹੈ, ਕਿਉਂਕਿ ਉਹਨਾਂ ਨੇ ਐਪਲੀਕੇਸ਼ਨ ਲਾਈ ਸੀ, ਅਰਜੀ ਲਾਈ ਸੀ ਕਿ ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਆ, ਜਿਹੜੀ ਮੇਰੇ ਤੇ FIR ਹੋਈ ਆ, ਕੇਸ ਦਰਜ ਹੋਇਆ, ਇਹਦੇ ਪਿੱਛੇ ਪੂਰੀ ਤੇ ਪੂਰੀ ਸਿਆਸੀ ਤੇ ਰਾਜਨੀਤੀ ਚੱਲ ਰਹੀ ਆ, ਤੇ ਇਸ ਕਰਕੇ ਇਹਨੂੰ ਖਾਰਜ ਕੀਤਾ ਜਾਵੇ। ਲੇਕਿਨ ਹਾਈ ਕੋਰਟ ਨੇ ਇਹ ਗੱਲ ਮੰਨੀ ਨਹੀਂ। ਵੈਸੇ ਵੀ ਮੈਨੂੰ ਲੱਗਦਾ ਕਿ ਕੋਈ ਕੰਪਲੇਂਟ ਹੁੰਦੀ ਆ, ਉਹਦੀ ਜਿੱਦਾਂ ਦੇਰ ਤੱਕ ਪੂਰੀ ਤਹਿਕੀਕਾਤ ਨਹੀਂ ਹੁੰਦੀ, ਪੂਰੀ ਜਾਂਚ ਨਹੀਂ ਹੁੰਦੀ, ਉਹਨੂੰ ਖਾਰਜ ਕਰਨਾ ਬਣਦਾ ਨਹੀਂ। ਤੇ ਹਾਈ ਕੋਰਟ ਨੇ ਮੈਨੂੰ ਲੱਗਦਾ ਬਿਲਕੁਲ ਸਹੀ ਫੈਸਲਾ ਲਿੱਤਾ। ਉਹਦੇ ਵਿੱਚ ਰਾਜਨੀਤੀ ਚਾਹੇ ਜੋ ਮਰਜ਼ੀ ਹੋਵੇ, ਇਹ ਆਪਣੀ ਜਾਂਚ ਦੱਸੂਗੀ। ਜੀ ਮਨਪ੍ਰੀਤ ਜੀ, ਇਹ ਜਦੋਂ ਸ਼ੁਰੂਆਤ 'ਚ ਮਾਮਲਾ ਸਾਹਮਣੇ ਆਉਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਪੀੜਤ ਇੱਕ ਤਾਂ ਉਸ ਤੋਂ ਬਾਅਦ ਫਿਰ ਹੋਰ ਵੀ ਆਈ, ਉਹ ਪੀੜਤਾ ਲਗਾਤਾਰ ਇਨਸਾਫ ਦੀ ਮੰਗ ਕਰਦੀ ਰਹੀ। ਲੇਕਿਨ ਸੰਵਿਧਾਨਕ ਪੱਖ ਜਾਂ ਕਿਸੇ ਨੂੰ ਜਿਹੜੇ ਅਧਿਕਾਰ ਮਿਲੇ, ਉਹ ਮੰਗ ਕਰਦੇ ਆ ਕਿ ਜਦੋਂ ਵੀ ਕੋਈ ਕਹਿੰਦਾ ਹੈ, ਫਰਿਆਦ ਲੈ ਕੇ ਆਉਂਦਾ, ਉੱਤੇ ਫਰਦਰ ਇਨਵੈਸਟੀਗੇਸ਼ਨ ਹੋਵੇ, ਜੋ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ। ਪਰ ਜ਼ੋਰ ਲੱਗਣ ਦੇ ਬਾਵਜੂਦ ਕਿਸੇ ਤਰ੍ਹਾਂ ਦੀ FIR ਨਹੀਂ ਹੋਈ। ਮੁੜ ਕੇ ਅਕਾਲੀ ਦਲ, ਕਿਉਂਕਿ ਉਹਨਾਂ ਦਾ 36 ਦਾ ਅੰਕੜਾ ਲੁਧਿਆਣੇ ਵਿੱਚ ਉਹਨਾਂ ਦੀ ਸਰਵਾਈਵਲ ਦਾ ਸਵਾਲ ਆ, ਉਹਨਾਂ ਦੇ ਹਰੀਸ਼ ਰਾਏ ਢਾਂਡਾ ਇਸ ਪੀੜਤਾ ਦੇ ਨਾਲ ਲੋਕਲ ਅਦਾਲਤ 'ਚ ਜਾਂਦੇ ਆ। ਲੋਕਲ ਅਦਾਲਤ ਵਿੱਚ ਪੁਲਿਸ ਨੂੰ ਕਹਿਤਾ ਜਾਂਦਾ FIR ਕਰਨ ਲਈ, ਪੁਲਿਸ ਫਿਰ ਵੀ ਨਹੀਂ ਕਰਦੀ, ਫਿਰ ਧਰਨਾ ਲਾਉਣਾ ਪੈਂਦਾ। ਉਸ ਜਿਹੜੇ ਅਦਾਲਤੀ ਹਵਾਲੇ ਆ, ਉਹਨਾਂ ਦੇ ਖਿਲਾਫ ਬੈਂਸ ਹਾਈ ਕੋਰਟ 'ਚ ਗਏ ਸੀ ਕਿ ਥੱਲੇ ਦੀ ਅਦਾਲਤ ਨੇ ਗਲਤ ਫੈਸਲਾ ਦਿੱਤਾ, ਇਹਦੇ ਤੇ ਮੈਨੂੰ ਸਟੇ ਦਿਓ। ਉਹਦਾ ਖਾਰਜ ਹੋਣਾ ਤੇ ਇਹ ਕਹਿਣਾ ਕਿ ਨਹੀਂ, ਥੱਲੇ ਦੀ ਅਦਾਲਤ ਬਿਲਕੁਲ ਢੁਕਵਾਂ ਫੈਸਲਾ ਦੇ ਰਹੀ ਹੈ FIR ਦਰਜ ਕਰਨ ਨੂੰ ਕਹਿ ਕੇ, ਉਹਦੇ 'ਚ ਕੋਈ ਕਮੀ ਨਹੀਂ ਆ। ਇਹਦਾ ਮਤਲਬ ਹੈ ਕਿ ਬੰਦਾ ਭਾਵੇਂ ਕਿੱਡਾ ਵੀ ਵੱਡਾ ਹੋਵੇ, ਉਹਦੀ ਭਾਵੇਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਸਾਂਝ ਹੋਵੇ, ਜੇ ਉਹ ਕਿਤੇ ਪਬਲਿਕ ਜੀਵਨ 'ਚ ਹੈ ਤੇ ਉੱਤੇ ਇਲਜ਼ਾਮ ਹੈ, ਕਿਸੇ ਤੇ ਵੀ ਇਲਜ਼ਾਮ ਆ, ਉਹਦੀ ਇਨਵੈਸਟੀਗੇਸ਼ਨ ਤੋਂ ਬਿਨਾਂ ਉਹਨੂੰ ਕਲੀਨ ਚਿੱਟ ਨਾ ਦਿਓ। ਜੇ ਆਮ ਬੰਦੇ ਤੇ ਮਾੜਾ ਜਿਹਾ ਕਿਤੇ ਕਹਿੰਦੇ ਆ ਜੀ, ਉਹ ਕਿਤੇ ਦੇਸੀ ਬੋਤਲ ਸ਼ਰਾਬ ਦੀ ਫੜੀ ਜਾਵੇ ਤੇ ਬੰਦਾ ਜਿਹੜਾ 2 ਦਿਨ ਤੇ ਹਵਾਲਾਤ 'ਚ ਤੇ ਜੇਲ੍ਹ 'ਚ 20-25 ਦਿਨ ਕੱਢ ਆਉਂਦਾ, ਆਮ ਬੰਦੇ ਦੀ ਹੋਣੀ ਨਾਲ ਇਹ ਚਿੱਟ ਕੱਪੜੀਆਂ ਦੀ ਹੋਣੀ ਵੱਖਰੀ ਕਿੱਦਾਂ? ਸੋ ਮੈਨੂੰ ਇੰਝ ਲੱਗਦਾ ਕਿ ਇਹ ਠੀਕ ਦਿਸ਼ਾ 'ਚ ਗੱਲ ਆ। ਹਾਲਾਂਕਿ ਬੈਂਸ ਜਿੰਨਾ ਚਿਰ ਉਹਨਾਂ ਤੇ ਕੁਝ ਸਾਬਤ ਨਹੀਂ ਹੁੰਦਾ, ਉਹ ਦੋਸ਼ੀ ਨਹੀਂ ਗੇ। ਬੈਂਸ ਜਿਹੜੇ ਆ, ਉਹ ਜਨਤਕ ਜੀਵਨ 'ਚ ਰੋਬਨ ਹੁੱਡ ਦੇ 'ਚ ਕੋਈ ਦੋ ਰਾਵਾਂ ਨਹੀਂ। ਤੁਸੀਂ ਕਹਿੰਦੇ ਉਹ ਬੜਾ ਸੋਹਣਾ ਦਫ਼ਤਰ ਚਲਾਉਂਦੇ ਤੇ ਹਰੇਕ ਦੀ ਐਪਲੀਕੇਸ਼ਨ ਦਾ ਨਿਪਟਾਰਾ ਹੋ ਜਾਂਦਾ। ਕਾਸ਼ ਇਹ ਪੋਜ਼ਿਟਿਵ ਵੇ ਨਾਲ ਸਾਡੇ ਪੋਲੀਟੀਸ਼ੀਅਨ ਜਿਹੜੀ ਧੌਂਸ ਦੀ ਰਾਜਨੀਤੀ ਤੋਂ ਬਿਨਾਂ ਵੀ ਇੰਜ ਕਰਨ ਲੱਗ ਜਾਣ ਤੇ ਕਿੰਨਾ ਵਧੀਆ ਹੋਵੇ। ਪਰ ਇੱਕ ਹੋਰ ਪਹਿਲੂ ਜਾਂਦੇ ਜਾਂਦੇ ਮੈਨੂੰ ਦੱਸ ਦਿਓ, ਕਹਿੰਦੇ ਪੰਜਾਬ ਦੇ ਵਿੱਚ 50% ਤੋਂ ਜ਼ਿਆਦਾ ਪੋਲੀਟੀਸ਼ੀਅਨਸ ਕੋਲ ਜਿਹੜੇ ਕੰਮ ਕਰਾਉਣ ਲਈ ਲੋਕ ਲੈ ਕੇ ਆਉਂਦੇ, ਉਹ ਹੁੰਦੇ ਨਜਾਇਜ਼ ਆ। ਜਾਇਜ਼ ਤਾਂ ਸਿੱਧੇ ਸਿੱਧੇ ਹੋ ਜਾਂਦੇ, ਗਲਤੀਆਂ ਤੇ ਅਸੀਂ ਵੀ ਕਰਦੇ ਆ, ਆਦਤਾਂ ਅਸੀਂ ਇਹਨਾਂ ਨੂੰ ਪਾਈਆਂ ਕਿ ਆਹ ਕੰਮ ਏਦਾਂ ਨਹੀਂ ਹੁੰਦਾ, ਏਦਾਂ ਕਢਾ ਦਿਓ ਜੀ। ਇਹ ਰੰਧਾਵਾ ਜੀ ਬੜੀ ਤਰਾਸਦੀ ਆ। ਦੇਖੋ, ਮੈਂ ਇਹੀ ਸਾਡੀਆਂ ਬੜਾ ਵਿਰੋਧਾਭਾਸ ਜਿਹਨੂੰ ਕਹਿ ਦਿੰਦੇ ਨੇ, ਕੰਟਰਾਡਿਕਸ਼ਨਸ ਨੇ। ਅਸੀਂ ਇਮਾਨਦਾਰ ਸਰਕਾਰਾਂ ਚਾਹੁੰਦੇ ਆ, ਅਸੀਂ ਚਾਹੁੰਦੇ ਇਮਾਨਦਾਰ ਪੋਲੀਟੀਸ਼ੀਅਨ ਹੋਣ, ਇਮਾਨਦਾਰ ਸਾਡੇ ਮੰਤਰੀ ਹੋਣ ਤੇ ਇਮਾਨਦਾਰ ਸਾਡਾ ਮੁੱਖ ਮੰਤਰੀ ਹੋਵੇ। ਲੇਕਿਨ ਜਨਤਾ ਦੇ ਵਿੱਚ ਇਹੋ ਜਿਹਾ ਬਹੁਤ ਵੱਡਾ ਸੈਕਸ਼ਨ ਆ ਜਿਹੜਾ ਕਿਸੇ ਵੀ ਹੱਦ 'ਚ ਜਾ ਕੇ ਆਪਣੇ ਜਿਹੜੇ ਨਿੱਜੀ ਕੰਮ ਹੋਣ ਜਾਂ ਆਪਣੇ ਬਿਜ਼ਨਸ ਦੇ ਸੰਬੰਧ ਦੇ ਵਿੱਚ ਕੰਮ ਹੋ, ਉਹ ਕੰਮ ਕਰਾਉਂਦੇ ਨੇ। ਹਰ ਮਾਸ਼ਰੇ ਦੇ ਕਰਾਉਂਦੇ ਨੇ, ਹਰ ਭਾਈਚਾਰੇ ਦੇ ਕਰਾਉਂਦੇ ਨੇ, ਜਿੰਨਾ ਦੇਰ ਤੱਕ। ਔਰ ਜਦੋਂ ਇਹ ਇਮਾਨਦਾਰ ਬੰਦੇ ਕਈ ਵਾਰੀ ਚੁਣੇ ਵੀ ਨਹੀਂ ਜਾਂਦੇ, ਮੈਂ ਡਾਕਟਰ ਮਨਮੋਹਨ ਸਿੰਘ ਦੀ ਐਗਜ਼ਾਮਪਲ ਦੇਣਾ ਚਾਹੂੰਗਾ। ਸਾਊਥ ਦਿੱਲੀ ਤੋਂ ਜਦੋਂ ਇਲੈਕਸ਼ਨ ਲੜਦੇ ਨੇ ਤੇ ਹਾਰ ਜਾਂਦੇ ਨੇ, ਤੇ ਮੁੜ ਕੇ ਜਾ ਕੇ ਅਸਾਮ ਤੋਂ ਜਾ ਕੇ ਰਾਜ ਸਭਾ ਦੇ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ, ਤੇ ਫੇਰ ਜਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ। ਤੇ ਬਾਅਦ ਚ ਸਾਨੂੰ ਪਤਾ ਲੱਗਦਾ, ਪਹਿਲਾਂ ਸਾਰੇ ਕਿੰਤੂ ਪਰੰਤੂ ਵੀ ਕਰਦੇ ਤੇ 10 ਸਾਲਾਂ ਬਾਅਦ ਪਤਾ ਲੱਗਦਾ ਕਿ ਉਹਨਾਂ ਨੇ ਤਾਂ ਕੰਮ ਹੀ ਬਹੁਤ ਵਧੀਆ ਕੀਤਾ। ਮੇਰਾ ਕਹਿਣ ਦਾ ਮਤਲਬ ਹੈ, ਅਸੀਂ ਆਪ ਵੀ ਬਹੁਤ ਵੱਡੇ ਜ਼ਿੰਮੇਵਾਰ ਆ। ਅਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਲਿਆਉਣਾ ਚਾਹੁੰਦੇ ਆ। ਅਕਸਰ ਤੁਸੀਂ ਦੇਖਿਆ ਹੋਣਾ ਡਰਾਇੰਗ ਰੂਮ ਦੀਆਂ ਡਿਸਕਸ਼ਨ ਦੇ ਵਿੱਚ, ਸੱਥਾਂ ਦੇ ਵਿੱਚ, ਜਿੱਥੇ ਗਰੁੱਪ ਬਹਿ ਜਾਂਦੇ ਆ ਕਿ ਛੱਡੋ ਜੀ, ਉਹ ਤਾਂ ਕੰਮ ਹੀ ਨਹੀਂ ਕਰਾ ਸਕਦਾ, ਉਹ ਤਾਂ ਜੀ ਕੰਮ ਨਹੀਂ ਕਰਾ ਸਕਦਾ, ਉਹਦੀਆਂ ਸਿਫਾਰਸ਼ਾਂ ਨਹੀਂ ਕੋਈ ਮੰਨਦਾ। ਤੇ ਕਈ ਵਾਰੀ ਤਾਂ ਇੱਥੋਂ ਤੱਕ ਗੱਲਾਂ ਆ ਜਾਂਦੀਆਂ ਕਿ ਪੈਸੇ ਲੈ ਲੈਂਦੇ ਨੇ, ਕੰਮ ਨਹੀਂ ਕਰਾਉਂਦੇ। ਸੋ ਮੇਰਾ ਕਹਿਣ ਦਾ ਮਤਲਬ, ਸਾਡੀ ਆਪਣੀ ਸੋਚ ਦੇ ਵਿੱਚ ਜਦੋਂ ਇਹ ਫਰਕ ਨਹੀਂ ਆਊਗਾ, ਕਿਉਂਕਿ ਜੇ ਅਸੀਂ ਚਾਹੁੰਦੇ ਆ ਕਿ ਰਾਜਨੀਤੀ ਬਦਲੇ, ਐਡਮਿਨਿਸਟ੍ਰੇਸ਼ਨ ਬਦਲੇ, ਪ੍ਰਸ਼ਾਸਨ ਬਦਲੇ, ਤੇ ਸਾਨੂੰ ਵੀ ਥੋੜਾ ਜਿਹਾ ਠਰਮਾ ਰੱਖਣਾ ਪਊਗਾ, ਸਹਿਨਸ਼ੀਲਤਾ ਵਰਤਣੀ ਪਊਗੀ, ਆਪਣੇ ਆਪ 'ਚ ਵੀ ਬਦਲਾਅ ਲਿਆਉਣਾ ਪਊਗਾ। ਤਾਂ ਹੀ ਇਹ ਜਿਹੜੇ 50% ਦਾ ਤੁਸੀਂ ਆંકੜਾ ਦਿੰਦੇ ਹੋ, ਇਹ ਘਟੂਗਾ। ਮਿਹਰਬਾਨੀ ਮਨਪ੍ਰੀਤ ਜੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।